ਜਦੋਂ ਆਪਾਂ ਸਿੱਖ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤਾਂ ਅਕਸਰ ਯੋਧਿਆਂ ਤੇ ਗੁਰੂਆਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਪਰ ਅੱਜ ਆਪਾਂ ਉਹਨਾਂ ਦਲੇਰ ਔਰਤਾਂ ਦੀਆਂ ਕਹਾਣੀਆਂ ਤੇ ਝਾਤ ਮਾਰਾਂਗੇ ਜਿਨ੍ਹਾਂ ਨੇ ਇਤਿਹਾਸ ਦਾ ਰੁੱਖ ਹੀ ਬਦਲ ਦਿੱਤਾ। ਇਹ ਉਹ ਔਰਤਾਂ ਸਨ ਜਿਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ ਤਾਕਤ ਸੱਚਮੁੱਚ ਕਿਸੇ ਲਿੰਗ ਦੀ ਮੁਹਤਾਜ ਨਹੀਂ ਹੁੰਦੀ। ਪੰਜਾਬ ਦੀ ਮੈਸਾਲੀਨਾ। ਸੋਚੋ, ਇਹ ਸ਼ਬਦ ਬ੍ਰਿਟਿਸ਼ ਸਾਮਰਾਜ ਨੇ ਕਿਸੇ ਲਈ ਵਰਤੇ ਹੋਣਗੇ। ਇਹ ਨਾਂ ਉਹਨਾਂ ਨੇ ਮਹਾਰਾਣੀ ਜਿੰਦ ਕੌਰ ਨੂੰ ਦਿੱਤਾ ਸੀ। ਉਹ ਮਹਾਰਾਣੀ ਤੋਂ ਇਸ ਕਦਰ ਡਰਦੇ ਸਨ ਕਿ ਉਹਨਾਂ ਨੇ ਉਹਨਾਂ ਦੀ ਤੁਲਨਾ ਰੋਮਨ ਸਾਮਰਾਜ ਦੀ ਸਭ ਤੋਂ ਖਤਰਨਾਕ ਮੰਨੀ ਜਾਂਦੀ ਮਹਾਰਾਣੀ ਨਾਲ ਕਰ ਦਿੱਤੀ। ਇਹ ਸਿਰਫ ਇੱਕ ਨਾਂ ਨਹੀਂ ਸੀ, ਬਲਕਿ ਇਹ ਇੱਕ ਔਰਤ ਦੀ ਤਾਕਤ ਦਾ ਖੌਫ ਸੀ, ਇੱਕ ਅਜਿਹੀ ਔਰਤ ਦਾ ਡਰ ਜੋ ਇੱਕ ਪੂਰੇ ਸਾਮਰਾਜ ਦੇ ਸਾਹਮਣੇ ਡਟ ਕੇ ਖੜੀ ਹੋ ਗਈ ਸੀ। ਤਾਂ ਚਲੋ ਅੱਜ ਆਪਾਂ 3 ਅਜਿਹੀਆਂ ਹੀ ਔਰਤਾਂ ਦੀਆਂ ਕਹਾਣੀਆਂ ਤੇ ਧਿਆਨ ਕੇਂਦਰਿਤ ਕਰੀਏ ਜਿਨ੍ਹਾਂ ਨੇ ਆਪਣੇ ਦੌਰ ਵਿੱਚ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਇਹਨਾਂ ਦੀਆਂ ਕਹਾਣੀਆਂ ਯਕੀਨਨ ਸਿੱਖ ਵਿਰਾਸਤ ਦਾ ਇੱਕ ਬਿਲਕੁਲ ਵੱਖਰਾ ਪਹਿਲੂ ਸਾਡੇ ਸਾਹਮਣੇ ਰੱਖਣਗੀਆਂ। ਤਾਂ ਦੇਖੋ, ਇੱਕ ਪਾਸੇ ਹੈ ਮਹਾਰਾਣੀ ਜਿੰਦ ਕੌਰ, ਸਿੱਖ ਸਾਮਰਾਜ ਦੀ ਆਖਰੀ ਰਾਣੀ ਜਿਸ ਨੇ ਰਾਜਨੀਤੀ ਦੇ ਦਾਅ-ਪੇਚਾਂ ਵਿੱਚ ਆਪਣਾ ਲੋਹਾ ਮਨਵਾਇਆ, ਤੇ ਦੂਜੇ ਪਾਸੇ ਮਾਈ ਭਾਗੋ, ਇੱਕ ਯੋਧਾ ਸੰਤ ਜਿਸ ਨੇ ਜੰਗ ਦੇ ਮੈਦਾਨ ਵਿੱਚ ਆਪਣੀ ਬਹਾਦਰੀ ਦਾ ਝੰਡਾ ਗੱਡਿਆ। ਦੋਵੇਂ ਬਿਲਕੁਲ ਵੱਖ, ਪਰ ਦੋਵਾਂ ਨੇ ਆਪੋ-ਆਪਣੇ ਤਰੀਕਿਆਂ ਨਾਲ ਆਪਣੇ ਜ਼ਮਾਨੇ ਦੀ ਤਸਵੀਰ ਹੀ ਬਦਲ ਦਿੱਤੀ। ਤਾਂ ਫਿਰ ਆਓ ਸਭ ਤੋਂ ਪਹਿਲਾਂ ਮਹਾਰਾਣੀ ਜਿੰਦ ਕੌਰ ਦੇ ਸ਼ਾਨਦਾਰ ਜੀਵਨ ਤੇ ਇੱਕ ਡੂੰਘੀ ਨਜ਼ਰ ਮਾਰੀਏ। ਉਹ ਸਿਰਫ ਇੱਕ ਰਾਣੀ ਨਹੀਂ ਸੀ, ਉਹ ਇੱਕ ਅਜਿਹੀ ਰੀਜੈਂਟ ਸੀ ਜਿਸ ਨੇ ਉਸ ਵੇਲੇ ਦੇ ਦੁਨੀਆ ਦੇ ਸਭ ਤੋਂ ਵੱਡੇ ਸਾਮਰਾਜ ਯਾਨੀ ਬ੍ਰਿਟਿਸ਼ ਸਾਮਰਾਜ ਨੂੰ ਸਿੱਧੀ ਟੱਕਰ ਦਿੱਤੀ ਸੀ। ਤਾਂ ਆਖਿਰ ਕੌਣ ਸੀ ਮਹਾਰਾਣੀ ਜਿੰਦ ਕੌਰ? ਦੇਖੋ, ਉਹ ਸਿੱਖ ਸਾਮਰਾਜ ਦੇ ਬਾਣੀ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਸੀ। ਆਪਣੇ ਪੁੱਤਰ ਦਲੀਪ ਸਿੰਘ ਦੀ ਗੱਦੀ ਤੇ ਬੈਠਣ ਤੇ ਉਹ ਰੀਜੈਂਟ ਬਣੀ। ਉਹਨਾਂ ਨੇ ਖਾਲਸਾ ਦੀ ਸੁਪਰੀਮ ਕੌਂਸਲ ਨੂੰ ਦੁਬਾਰਾ ਬਣਾਇਆ, ਪਰਦੇ ਦੀ ਪ੍ਰਥਾ ਨੂੰ ਤੋੜ ਕੇ ਖੁੱਲੇ ਦਰਬਾਰ ਲਾਏ ਅਤੇ ਫੌਜਾਂ ਨੂੰ ਸਿੱਧਾ ਸੰਬੋਧਨ ਕੀਤਾ। ਸੋਚ ਕੇ ਦੇਖੋ, ਇਹ ਉਹ ਕਦਮ ਸਨ ਜੋ ਉਸ ਜ਼ਮਾਨੇ ਵਿੱਚ ਕਿਸੇ ਔਰਤ ਲਈ ਕਲਪਨਾ ਕਰਨਾ ਵੀ ਮੁਸ਼ਕਿਲ ਸੀ। ਉਹਨਾਂ ਦਾ ਰਾਜ ਸੱਚ ਕਹਾਂ ਤਾਂ ਉਥਲ-ਪੁਥਲ ਨਾਲ ਭਰਿਆ ਹੋਇਆ ਸੀ। 1843 ਵਿੱਚ ਉਹ ਆਪਣੇ ਸਿਰਫ 5 ਸਾਲ ਦੇ ਪੁੱਤਰ ਲਈ ਰੀਜੈਂਟ ਬਣੀ, ਪਰ ਫਿਰ ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਨੇ ਉਹਨਾਂ ਨੂੰ ਹਟਾ ਦਿੱਤਾ, ਕੈਦ ਕਰ ਲਿਆ ਤੇ ਪੁੱਤਰ ਤੋਂ ਵੀ ਵੱਖ ਕਰ ਦਿੱਤਾ। ਪਰ ਕੀ ਉਹ ਹਾਰ ਮੰਨ ਗਈ? ਬਿਲਕੁਲ ਨਹੀਂ। 1849 ਵਿੱਚ ਉਹ ਚੁਨਾਰ ਦੇ ਕਿਲੇ ਤੋਂ ਇੱਕ ਨੌਕਰਾਨੀ ਦੇ ਪੇਸ ਵਿੱਚ ਭੱਜ ਨਿਕਲੀ। 800 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨੇਪਾਲ ਪਹੁੰਚ ਗਈ। ਇਹ ਕੋਈ ਮਾਮੂਲੀ ਗੱਲ ਨਹੀਂ ਸੀ, ਇਹ ਉਹਨਾਂ ਦੀ ਹਿੰਮਤ ਦੀ ਇੱਕ ਲਾਮਿਸਾਲ ਕਹਾਣੀ ਹੈ। ਇਹ ਸ਼ਬਦ ਸਿੱਧੇ ਮਹਾਰਾਣੀ ਜਿੰਦ ਕੌਰ ਦੇ ਦਿਲੋਂ ਨਿਕਲੇ ਸਨ। ਇੱਕ ਮਾਂ ਦਾ ਦਰਦ ਜਿਸ ਨੂੰ ਉਸਦੇ 9 ਸਾਲ ਦੇ ਬੇਟੇ ਤੋਂ ਜੁਦਾ ਕਰ ਦਿੱਤਾ ਗਿਆ ਸੀ। ਪਰ ਇਹ ਸਿਰਫ ਇੱਕ ਮਾਂ ਦੀ ਆਵਾਜ਼ ਨਹੀਂ ਸੀ, ਇਹ ਇੱਕ ਰਾਣੀ ਦੀ ਪੁਕਾਰ ਵੀ ਸੀ ਜਿਸ ਨੂੰ ਆਪਣੇ ਰਾਜ ਦੇ ਭਵਿੱਖ ਦੀ, ਆਪਣੇ ਵਾਰਿਸ ਦੀ ਫਿਕਰ ਸੀ। ਚਲੋ ਹੁਣ ਰਾਜਨੀਤੀ ਦੇ ਮੈਦਾਨ ਤੋਂ ਨਿਕਲ ਕੇ ਜੰਗ ਦੇ ਮੈਦਾਨ ਵੱਲ ਚੱਲਦੇ ਹਾਂ। ਹੁਣ ਵਾਰੀ ਹੈ ਮਾਈ ਭਾਗੋ ਦੀ ਕਹਾਣੀ ਦੀ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਗਵਾਈ ਕਰਨ ਲਈ ਤਖਤ ਦੀ ਲੋੜ ਨਹੀਂ ਹੁੰਦੀ, ਸਿਰਫ ਹਿੰਮਤ ਦੀ ਲੋੜ ਹੁੰਦੀ ਹੈ। ਕਹਾਣੀ ਕੁਝ ਇਸ ਤਰ੍ਹਾਂ ਹੈ। ਇੱਕ ਘੇਰਾਬੰਦੀ ਦੌਰਾਨ 40 ਸਿੱਖ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਕੇ ਚਲੇ ਗਏ। ਜਦੋਂ ਮਾਈ ਭਾਗੋ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਸਿੱਧਾ ਲਲਕਾਰਿਆ, ਉਹਨਾਂ ਨੂੰ ਸ਼ਰਮਿੰਦਾ ਕੀਤਾ, ਉਹਨਾਂ ਦੀ ਗੈਰਤ ਨੂੰ ਵੰਗਾਰਿਆ। ਤੇ ਸਿਰਫ ਇੰਨਾ ਹੀ ਨਹੀਂ, ਉਹਨਾਂ ਨੇ ਉਹਨਾਂ ਭਗੌੜਿਆਂ ਨੂੰ ਵਾਪਸ ਗੁਰੂ ਜੀ ਕੋਲ ਜਾ ਕੇ ਮਾਫੀ ਮੰਗਣ ਲਈ ਮਨਾਇਆ ਅਤੇ ਫਿਰ ਉਹਨਾਂ ਨੇ ਖੁਦ ਉਹਨਾਂ ਦੀ ਅਗਵਾਈ ਕਰਦਿਆਂ 10,000 ਦੀ ਮੁਗਲ ਫੌਜ ਨਾਲ ਟੱਕਰ ਲਈ। ਤੇ ਇਹੀ ਕਹਾਣੀ ਦਾ ਸਭ ਤੋਂ ਅਹਿਮ ਮੋੜ ਹੈ। ਮਾਈ ਭਾਗੋ ਨੇ ਭਗੌੜੇਪਨ ਦੇ ਇੱਕ ਕੰਮ ਨੂੰ ਕੁਰਬਾਨੀ ਤੇ ਸਨਮਾਨ ਦੇ ਇੱਕ ਮਹਾਨ ਕਾਰਨਾਮੇ ਵਿੱਚ ਬਦਲ ਦਿੱਤਾ। ਉਹੀ 40 ਸਿੱਖ ਜਿਹੜੇ ਗੁਰੂ ਜੀ ਨੂੰ ਛੱਡ ਕੇ ਗਏ ਸਨ, ਇਤਿਹਾਸ ਵਿੱਚ 40 ਮੁਕਤੇ ਦੇ ਨਾਂ ਨਾਲ ਅਮਰ ਹੋ ਗਏ। ਤੇ ਇਹ ਸਭ ਕੁਝ ਇੱਕ ਔਰਤ ਦੀ ਹਿੰਮਤ ਕਰਕੇ ਹੀ ਮੁਮਕਿਨ ਹੋਇਆ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਮਾਈ ਭਾਗੋ ਉਸ ਲੜਾਈ ਵਿੱਚੋਂ ਬਚ ਗਏ ਅਤੇ ਬਾਅਦ ਵਿੱਚ ਗੁਰੂ ਜੀ ਦੇ ਅੰਗ ਰੱਖਿਅਕ ਬਣੇ, ਹੱਥ ਵਿੱਚ ਬਰਛਾ ਤੇ ਬੰਦੂਕ ਤੇ ਅਕਸਰ ਮਰਦਾਂ ਵਾਲੇ ਲਿਬਾਸ ਵਿੱਚ। ਇਹ ਉਹਨਾਂ ਦੀ ਪਹਿਚਾਣ ਬਣ ਗਈ। ਉਹ ਸਿਰਫ ਇੱਕ ਲੜਾਈ ਦੀ ਹੀਰੋਇਨ ਨਹੀਂ ਸਨ, ਬਲਕਿ ਸਾਰੀ ਜ਼ਿੰਦਗੀ ਇੱਕ ਯੋਧਾ ਬਣ ਕੇ ਰਹੇ। ਚਲੋ ਹੁਣ ਇਤਿਹਾਸ ਦੇ ਪੰਨਿਆਂ ਤੋਂ ਥੋੜਾ ਅੱਗੇ ਆਧੁਨਿਕ ਦੌਰ ਵੱਲ ਵਧਦੇ ਹਾਂ। ਹੁਣ ਮਿਲਦੇ ਹਾਂ ਸਿੱਖ ਸ਼ਾਹੀ ਖਾਨਦਾਨ ਦੀ ਆਖਰੀ ਵਾਰਿਸ ਰਾਜਕੁਮਾਰੀ ਬੰਬਾ ਸਦਰਲੈਂਡ ਨੂੰ। ਉਹਨਾਂ ਦੀ ਕਹਾਣੀ ਦੱਸਦੀ ਹੈ ਕਿ ਬਗਾਵਤ ਕਰਨ ਲਈ ਹਮੇਸ਼ਾ ਤਲਵਾਰ ਦੀ ਲੋੜ ਨਹੀਂ ਹੁੰਦੀ। ਰਾਜਕੁਮਾਰੀ ਬੰਬਾ ਮਹਾਰਾਜਾ ਦਲੀਪ ਸਿੰਘ ਦੀ ਸਭ ਤੋਂ ਵੱਡੀ ਧੀ ਯਾਨੀ ਮਹਾਰਾਣੀ ਜਿੰਦ ਕੌਰ ਦੀ ਪੋਤੀ। ਉਹ ਜੰਮੀ ਪਲੀ ਤਾਂ ਇੰਗਲੈਂਡ ਵਿੱਚ, ਪਰ ਉਹਨਾਂ ਨੇ ਉੱਥੋਂ ਦੀ ਸ਼ਾਹੀ ਜ਼ਿੰਦਗੀ ਛੱਡ ਕੇ ਲਾਹੌਰ ਆਪਣੇ ਪੁਰਖਿਆਂ ਦੀ ਰਾਜਧਾਨੀ ਵਿੱਚ ਆ ਕੇ ਵਸਣ ਦਾ ਫੈਸਲਾ ਕੀਤਾ ਤੇ ਇੱਥੇ ਆ ਕੇ ਉਹ ਭਾਰਤ ਦੀ ਆਜ਼ਾਦੀ ਦੀ ਇੱਕ ਜ਼ਬਰਦਸਤ ਹਮਾਇਤੀ ਬਣ ਗਈ। ਸੋਚੋ, ਉਹ ਆਪਣੀ ਦਾਦੀ ਦੀ ਵਿਦਰੋਹੀ ਰੂਹ ਨੂੰ ਇੱਕ ਨਵੇਂ ਦੌਰ ਵਿੱਚ ਇੱਕ ਨਵੇਂ ਤਰੀਕੇ ਨਾਲ ਅੱਗੇ ਵਧਾ ਰਹੀ ਸੀ। ਤਾਂ ਫਿਰ ਇੱਕ ਸਵਾਲ ਉੱਠਦਾ ਹੈ, ਕੀ ਇਹ ਔਰਤਾਂ ਸਿਰਫ ਕੁਝ ਵੱਖਰੀਆਂ ਮਿਸਾਲਾਂ ਸਨ, ਜਾਂ ਫਿਰ ਉਹਨਾਂ ਦੇ ਧਰਮ,
ਉਹਨਾਂ ਦੇ ਸੋਚ ਵਿੱਚ ਹੀ ਕੁਝ ਅਜਿਹਾ ਸੀ ਜਿਸ ਨੇ ਉਹਨਾਂ ਨੂੰ ਇੰਨੀ ਤਾਕਤ ਦਿੱਤੀ? ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ ਸਿੱਖ ਧਰਮ ਗ੍ਰੰਥਾਂ ਦੀਆਂ ਜੜ੍ਹਾਂ ਤੱਕ ਜਾਣਾ ਪਏਗਾ। ਤਾਂ ਆਓ ਹੁਣ ਉਸ ਨੀਂਹ ਨੂੰ ਵੇਖੀਏ ਜੋ ਧਰਮ ਗ੍ਰੰਥਾਂ ਵਿੱਚ ਰੱਖੀ ਗਈ ਹੈ। ਆਪਾਂ ਸਿੱਖ ਧਰਮ ਵਿੱਚ ਲਿੰਗ ਸਮਾਨਤਾ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਉਹੀ ਵਿਚਾਰਧਾਰਾ ਜਿਸ ਨੇ ਇਹਨਾਂ ਮਹਾਨ ਔਰਤਾਂ ਨੂੰ ਘੜਿਆ। ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਸਿੱਖ ਸੋਚ ਦੀ ਬੁਨਿਆਦ ਹਨ। ਭੰਡ ਜੰਮੀਏ ਭੰਡ ਨਿੰਮੀਏ। ਉਹ ਕਹਿੰਦੇ ਨੇ ਕਿ ਔਰਤ ਤੋਂ ਹੀ ਮਰਦ ਜਨਮ ਲੈਂਦਾ ਹੈ, ਤੇ ਫਿਰ ਸਵਾਲ ਕਰਦੇ ਨੇ, ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ? ਉਸ ਨੂੰ ਭਲਾ ਕਿਉਂ ਮਾੜਾ ਆਖੀਏ ਜਿਸ ਦੀ ਕੁੱਖੋਂ ਰਾਜੇ ਮਹਾਰਾਜੇ ਜਨਮ ਲੈਂਦੇ ਨੇ? ਉਸ ਜ਼ਮਾਨੇ ਵਿੱਚ ਇਹ ਇੱਕ ਇਨਕਲਾਬੀ ਵਿਚਾਰ ਸੀ। ਤੇ ਇਹ ਸਿੱਖਿਆਵਾਂ ਸਿਰਫ ਕਹਿਣ ਦੀਆਂ ਨਹੀਂ ਸਨ। ਜਦੋਂ ਸਮਾਜ ਵਿੱਚ ਸਤੀ ਪ੍ਰਥਾ ਯਾਨੀ ਵਿਧਵਾ ਨੂੰ ਜਿਉਂਦੇ ਸਾੜਨ ਦਾ ਰਿਵਾਜ ਸੀ ਤਾਂ ਗੁਰੂ ਸਾਹਿਬ ਨੇ ਕਿਹਾ, ਸਤੀਆ ਇਹ ਨ ਆਖੀਨ, ਅਸਲੀ ਸਤੀ ਉਹ ਨਹੀਂ ਜੋ ਚਿਤਾ ਤੇ ਸੜਦੀ ਹੈ। ਜਦੋਂ ਦਾਜ ਦਾ ਬੋਲਬਾਲਾ ਸੀ ਤਾਂ ਗੁਰਬਾਣੀ ਨੇ ਇਸ ਨੂੰ ਕੂੜ ਅਹੰਕਾਰ ਕਚ ਪਾਜੋ ਯਾਨੀ ਝੂਠਾ ਹੰਕਾਰ ਤੇ ਵਿਖਾਵਾ ਕਿਹਾ। ਇਹ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਅਗਾਂਹ-ਵਧੂ ਸੋਚ ਸੀ। ਤਾਂ ਫਿਰ ਇਹ ਸਭ ਦਾ ਅੱਜ ਕੀ ਮਤਲਬ ਹੈ? ਆਓ ਅੰਤ ਵਿੱਚ ਇਹਨਾਂ ਔਰਤਾਂ ਦੀ ਵਿਰਾਸਤ ਤੇ ਇੱਕ ਨਜ਼ਰ ਮਾਰੀਏ ਅਤੇ ਦੇਖੀਏ ਕਿ ਅੱਜ ਦੇ ਸਮੇਂ ਵਿੱਚ ਇਹ ਹਕੀਕਤਾਂ ਕਿਵੇਂ ਜਿਉਂਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਗੱਲਬਾਤ ਹੁਣ ਸਿਰਫ ਸਿੱਖ ਧਰਮ ਵਿੱਚ ਔਰਤਾਂ ਤੱਕ ਸੀਮਿਤ ਨਹੀਂ ਰਹੀ। ਅੱਜ ਦੇ ਵਿਦਵਾਨ ਇਸ ਤੋਂ ਵੀ ਅੱਗੇ ਜਾ ਕੇ ਵੱਖ-ਵੱਖ ਲਿੰਗ ਪਛਾਣਾਂ ਬਾਰੇ ਗੱਲ ਕਰ ਰਹੇ ਹਨ। ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅੱਜ ਦੀ ਦੁਨੀਆ ਵਿੱਚ ਲੋਕ ਇਹਨਾਂ ਪਰੰਪਰਾਵਾਂ ਨੂੰ ਕਿਵੇਂ ਜੀ ਰਹੇ ਹਨ, ਕਿਵੇਂ ਉਹਨਾਂ ਨੂੰ ਚੁਣੌਤੀ ਦੇ ਰਹੇ ਹਨ ਤੇ ਕਿਵੇਂ ਅਪਣਾ ਰਹੇ ਹਨ। ਮਤਲਬ ਇਹ ਇੱਕ ਜਿਉਂਦੀ ਜਾਗਦੀ ਲਗਾਤਾਰ ਚੱਲਣ ਵਾਲੀ ਬਹਿਸ ਹੈ। ਤੇ ਜਦੋਂ ਅਸੀਂ ਇਹ ਤਸਵੀਰ ਦੇਖਦੇ ਹਾਂ ਤਾਂ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਹ ਇਤਿਹਾਸ ਤੇ ਇਹ ਵਿਰਾਸਤ ਅੱਜ ਵੀ ਲੋਕਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਇਹ ਕਹਾਣੀਆਂ ਸਿਰਫ ਕਿਤਾਬਾਂ ਦੇ ਪੰਨਿਆਂ ਤੱਕ ਹੀ ਸੀਮਿਤ ਨਹੀਂ, ਇਹ ਅੱਜ ਵੀ ਲੱਖਾਂ ਲੋਕਾਂ ਨੂੰ ਪ੍ਰੇਰਣਾ ਦਿੰਦੀਆਂ ਹਨ। ਅਤੇ ਅੰਤ ਵਿੱਚ ਇਹ ਸ਼ਬਦ ਇਹ ਰਾਜਕੁਮਾਰੀ ਬੰਬਾ ਸਦਰਲੈਂਡ ਦੀ ਕਬਰ ਤੇ ਲਿਖੇ ਇੱਕ ਫਾਰਸੀ ਸ਼ੇਰ ਦੇ ਹਨ। ਸ਼ਾਹੀ ਅਤੇ ਗੁਲਾਮੀ ਦਾ ਫਰਕ ਮਿਟ ਜਾਂਦਾ ਹੈ ਜਿਸ ਪਲ ਕਿਸਮਤ ਦੀ ਲਿਖਤ ਸਾਹਮਣੇ ਆਉਂਦੀ ਹੈ। ਇਹ ਸਾਨੂੰ ਬਰਾਬਰੀ ਦੇ ਇੱਕ ਬਹੁਤ ਹੀ ਡੂੰਘੇ ਸਿਧਾਂਤ ਨਾਲ ਛੱਡ ਜਾਂਦੇ ਹਨ ਕਿ ਆਖਿਰ ਵਿੱਚ ਸਾਰੇ ਫਰਕ ਖਤਮ ਹੋ ਜਾਂਦੇ ਹਨ। ਸ਼ਾਇਦ ਇਹੀ ਉਹਨਾਂ ਸਾਰੀਆਂ ਔਰਤਾਂ ਦੀ ਵਿਰਾਸਤ ਦਾ ਸਭ ਤੋਂ ਸਹੀ ਸਾਰ ਹੈ ਜਿਨ੍ਹਾਂ ਨੇ ਸਾਨੂੰ ਸਿਖਾਇਆ ਕਿ ਅਸਲੀ ਤਾਕਤ ਤੇ ਹਿੰਮਤ ਲਿੰਗ ਤੋਂ ਪਰੇ ਹੁੰਦੀ ਹੈ।